किताब दा नाम ਏਕ ਤੇ ਉਪਜੈ ਏਕ ਸਮਾਵੈ। ਲੇਖਕ ਦਾ ਨਾਮ ਗੁਰਜੰਟ ਸਿੰਘ ਆਸਟ੍ਰੇਲੀਆ। ਆਵਾਜ਼ ਜਗਜੀਤ ਸਿੰਘ ਈਸੇਵਾਲ। ਅਧਿਆਏ 13ਵਾਂ। ਨੋਟ। ਨੰਬਰ 1। ਬ੍ਰਹਮ ਗਿਆਨ ਦੀ ਅਵਸਥਾ ਨੂੰ ਇੱਕ ਵਾਰ ਪ੍ਰਾਪਤ ਕਰਨਾ ਹੀ ਲਾਜ਼ਮੀ ਹੈ। ਭਾਵੇਂ ਇਹ ਅਵਸਥਾ ਕੁਝ ਪਲ ਲਈ ਹੀ ਆਵੇ। ਇਸ ਅਵਸਥਾ ਤੋਂ ਦੂਰ ਹੋਣ ਭਾਵ ਇਸ ਅਵਸਥਾ ਦੇ ਟੁੱਟਣ ਨਾਲ ਸਾਨੂੰ ਦੁਖੀ ਨਹੀਂ ਹੋਣਾ ਚਾਹੀਦਾ। ਕਈ ਵਾਰੀ ਮਨੁੱਖ ਬ੍ਰਹਮ ਗਿਆਨ ਦੀ ਅਵਸਥਾ ਦੇ ਚਲੇ ਜਾਣ ਉੱਤੇ ਬਹੁਤ ਦੁਖੀ ਹੁੰਦੇ ਹਨ। ਮਨੁੱਖ ਤੋਂ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ। ਇੱਥੇ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਬ੍ਰਹਮ ਦੀ ਇੱਕ ਝਲਕ ਹੀ ਜ਼ਰੂਰੀ ਹੈ। ਇੰਨੇ ਨਾਲ ਹੀ ਅਸੀਂ ਮੁਕਤ ਹੋ ਜਾਂਦੇ ਹਾਂ। ਬ੍ਰਹਮ ਗਿਆਨ ਦੀ ਅਵਸਥਾ ਦੇ ਟੁੱਟਣ 'ਤੇ ਵੀ ਦੇਵੀ ਦੇਵਤੇ ਅਤੇ ਹੋਰ ਮਹਾਨ ਅਲੌਕਿਕ ਸ਼ਕਤੀਆਂ ਸਦਾ ਹੀ ਸਾਡੇ ਨਾਲ ਹੁੰਦੀਆਂ ਹਨ। ਬ੍ਰਹਮ ਗਿਆਨ ਦੀ ਅਵਸਥਾ ਦੇ ਚਲੇ ਜਾਣ 'ਤੇ ਮਹਾਂ ਆਨੰਦ ਤੋਂ ਬਾਹਰ ਆਉਣ 'ਤੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਪਰਮਾਤਮਾ ਤੋਂ ਦੂਰ ਹੋ ਗਏ ਹਾਂ। ਸਾਨੂੰ ਬਿਲਕੁਲ ਵੀ ਦੁਖੀ ਨਹੀਂ ਹੋਣਾ ਚਾਹੀਦਾ, ਕਿਉਂਕਿ ਪਰਮਾਤਮਾ ਸਦਾ ਹੀ ਸਾਡੇ ਨਾਲ ਰਹਿੰਦਾ ਹੈ। ਸਾਨੂੰ ਉਸ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਜਦ ਸਾਨੂੰ ਦੂਜੀ ਵਾਰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਤਾਂ ਇਹ ਦੁਬਾਰਾ ਟੁੱਟਦੀ ਨਹੀਂ ਹੈ। ਅਸੀਂ ਫਿਰ ਸਦਾ ਲਈ ਇਸ ਦਾ ਆਨੰਦ ਮਾਣਦੇ ਹਾਂ। ਜਦੋਂ ਬ੍ਰਹਮ ਗਿਆਨ ਪ੍ਰਾਪਤ ਕਰ ਚੁੱਕੇ ਮਨੁੱਖ ਦੀ ਕੁਦਰਤੀ ਰੂਪ ਵਿੱਚ ਮੌਤ ਹੁੰਦੀ ਹੈ ਤਾਂ ਉਸ ਦੀ ਆਤਮਾ ਸਦਾ ਲਈ ਬ੍ਰਹਮ ਵਿੱਚ ਲੀਨ ਹੋ ਜਾਂਦੀ ਹੈ। ਉਹ ਦੁਬਾਰਾ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੀ। ਉਹ ਮਹਾਂ ਆਨੰਦ ਦੀ ਅਟੱਲ ਅਵਸਥਾ ਪ੍ਰਾਪਤ ਕਰ ਲੈਣਾ ਹੈ। ਬੂੰਦ ਸਦਾ ਲਈ ਸਮੁੰਦਰ ਵਿੱਚ ਸਮਾ ਜਾਂਦੀ ਹੈ। ਨੰਬਰ 2। ਕਈ ਵਾਰੀ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਆਪਣੇ ਧਾਰਮਿਕ ਨਿਯਮਾਂ ਅਤੇ ਰੀਤੀ ਰਿਵਾਜਾਂ ਦੀ ਪਾਲਣਾ ਕਰਨੀ ਛੱਡ ਦਿੰਦਾ ਹੈ। ਉਹ ਸੋਚਦਾ ਹੈ ਕਿ ਹੁਣ ਮੈਂ ਮੁਕਤ ਹਾਂ, ਮੈਨੂੰ ਇਹਨਾਂ ਨਿਯਮਾਂ ਅਤੇ ਰੀਤੀ ਰਿਵਾਜਾਂ ਦੀ ਪਾਲਣਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਇਸ ਤਰ੍ਹਾਂ ਕਰਨਾ ਗਲਤ ਹੈ। ਜਦ ਤੱਕ ਅਸੀਂ ਸਰੀਰ ਵਿੱਚ ਹਾਂ ਉਸ ਸਮੇਂ ਤੱਕ ਅਸੀਂ ਆਪਣੇ ਗੁਰੂ ਦੇ ਅਧੀਨ ਹਾਂ ਤੇ ਸਾਡੀ ਇੰਨੀ ਔਕਾਤ ਨਹੀਂ ਹੈ ਕਿ ਅਸੀਂ ਆਪਣੇ ਗੁਰੂ ਦੇ ਆਦੇਸ਼ਾਂ ਦੀ ਉਲੰਘਣਾ ਕਰੀਏ। ਇਸ ਲਈ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਤੋਂ ਬਾਅਦ ਵੀ ਧਾਰਮਿਕ ਨਿਯਮਾਂ ਅਤੇ ਰੀਤੀ ਰਿਵਾਜਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਨੰਬਰ 3। ਮਨੁੱਖ ਭਗਤੀ ਦੀ ਸ਼ੁਰੂਆਤ ਤੋਂ ਲੈ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਤੱਕ ਜਿਨ੍ਹਾਂ ਅਵਸਥਾਵਾਂ ਵਿੱਚੋਂ ਲੰਘਦਾ ਹੈ, ਇਹਨਾਂ ਬਾਰੇ ਜ਼ਰੂਰੀ ਨਹੀਂ ਹੈ ਕਿ ਇਹ ਇੱਕ ਦੂਜੀ ਤੋਂ ਮਗਰੋਂ ਤਰਤੀਬ ਵਿੱਚ ਆਉਣ। ਇਹ ਇੱਕ ਦੂਸਰੀ ਤੋਂ ਮਗਰੋਂ ਜਾਂ ਪਹਿਲਾਂ ਵੀ ਆ ਸਕਦੀਆਂ ਹਨ। ਪਰ ਬ੍ਰਹਮ ਗਿਆਨ ਦੀ ਪ੍ਰਾਪਤੀ ਅਨਹਦ ਨਾਦ ਦੀ ਗੂੰਜ ਸੁਣਨ ਤੋਂ ਬਾਅਦ ਹੀ ਹੁੰਦੀ ਹੈ। ਅਨਹਦ ਨਾਦ ਹੀ ਸਾਰੀਆਂ ਅਵਸਥਾਵਾਂ ਵਿੱਚੋਂ ਸ੍ਰੇਸ਼ਟ ਹੈ। ਇਹ ਹੀ ਸਭ ਤੋਂ ਉੱਤਮ ਸਿੱਧੀ ਹੈ। ਇਹਨਾਂ ਅਵਸਥਾਵਾਂ ਬਾਰੇ ਨਿਸ਼ਚਿਤ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਵਿੱਚੋਂ ਕਿਹੜੀ ਅਵਸਥਾ ਕਿੰਨੇ ਸਮੇਂ ਬਾਅਦ ਆਵੇਗੀ। ਪਰ ਮਨੁੱਖ ਇਹਨਾਂ ਅਵਸਥਾਵਾਂ ਵਿੱਚੋਂ ਲੰਘਦਾ ਜ਼ਰੂਰ ਹੈ। ਇਹਨਾਂ ਅਵਸਥਾਵਾਂ ਵਿੱਚੋਂ ਲੰਘ ਕੇ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਭਗਤੀ ਕਰਦੇ ਸਮੇਂ ਇਸ ਤਰ੍ਹਾਂ ਦੀ ਅਵਸਥਾ ਵੀ ਆਵੇਗੀ ਜਦ ਮਨ ਵਿੱਚ ਬਹੁਤ ਹੀ ਜ਼ਿਆਦਾ ਤਰਕ ਵਿਤਰਕ ਚੱਲਣ ਲੱਗ ਜਾਵੇਗਾ। ਤੁਸੀਂ ਪਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗ ਜਾਓਗੇ। ਤੁਸੀਂ ਆਪਣੇ ਦਿਮਾਗ ਦੁਆਰਾ ਪਰਮਾਤਮਾ ਦੀ ਹੋਂਦ ਬਾਰੇ ਬਹੁਤ ਹੀ ਜ਼ਿਆਦਾ ਤਰਕ ਵਿਤਰਕ ਕਰੋਗੇ।
ਇਸ ਤਰਕ ਵਿਤਰਕ ਦਾ ਪ੍ਰਵਾਹ ਬਹੁਤ ਹੀ ਜ਼ਿਆਦਾ ਤੇਜ਼ ਹੁੰਦਾ ਹੈ। ਕਈ ਮਨੁੱਖ ਇਸ ਵਿੱਚ ਫਸ ਜਾਂਦੇ ਹਨ ਤੇ ਨਾਸਤਿਕ ਬਣ ਜਾਂਦੇ ਹਨ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਪਰਮਾਤਮਾ ਨੂੰ ਅਸੀਂ ਦਿਮਾਗ ਦੁਆਰਾ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਅਨੰਤ ਸ਼ਕਤੀ ਸਾਡੇ ਦਿਮਾਗ ਦਾ ਸਮਝ ਤੋਂ ਬਾਹਰ ਹੈ। ਪਰ ਤਰਕ ਵਿਤਰਕ ਦਾ ਪ੍ਰਵਾਹ ਬਹੁਤ ਤੇਜ਼ ਹੁੰਦਾ ਹੈ ਤੇ ਜਦ ਪਰਮਾਤਮਾ ਸਮਝ ਵਿੱਚ ਨਹੀਂ ਆਉਂਦਾ ਤਾਂ ਅਸੀਂ ਇਸ ਤਰਕ ਦੇ ਹੜ੍ਹ ਦੁਆਰਾ ਨਾਸਤਿਕਤਾ ਦੇ ਸਮੁੰਦਰ ਵਿੱਚ ਡੁੱਬ ਜਾਂਦੇ ਹਾਂ। ਕਈ ਮਨੁੱਖ ਪਾਗਲ ਵੀ ਹੋ ਜਾਂਦੇ ਹਨ। ਇਸ ਲਈ ਪਰਮਾਤਮਾ ਸੰਬੰਧੀ ਤਰਕ ਵਿਤਰਕ ਨਹੀਂ ਕਰਨਾ ਹੈ। ਮਨ ਦੇ ਜਾਲ ਵਿੱਚ ਨਾ ਫਸੋ। ਇਹ ਇਸ ਦੀਆਂ ਬਹੁਤ ਹੀ ਖਤਰਨਾਕ ਚਾਲਾਂ ਹਨ। ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਰੱਖੋ। ਭਾਵੇਂ ਮੁਸੀਬਤਾਂ ਦਾ ਕਹਿਰ ਟੁੱਟ ਪਵੇ, ਅਸੀਂ ਪਰਮਾਤਮਾ ਦਾ ਨਾਮ ਜਪਣਾ ਨਹੀਂ ਛੱਡਣਾ ਹੈ। ਅਸੀਂ ਭਗਤੀ ਬੰਦ ਨਹੀਂ ਕਰਨੀ ਹੈ। ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਸਾਰੀਆਂ ਸੁੱਖ ਸਹੂਲਤਾਂ ਆ ਜਾਣ, ਫਿਰ ਵੀ ਅਸੀਂ ਸੁਖੀ ਜੀਵਨ ਦੀ ਚਮਕ ਦਮਕ ਵਿੱਚ ਪਰਮਾਤਮਾ ਦਾ ਨਾਮ ਜਪਣਾ ਨਹੀਂ ਛੱਡਣਾ ਹੈ। ਅਲੌਕਿਕ ਸ਼ਕਤੀਆਂ ਮੁਸੀਬਤਾਂ ਜਾਂ ਸੁੱਖ ਸਹੂਲਤਾਂ ਦੁਆਰਾ ਮਨੁੱਖ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਅਸੀਂ ਨਹੀਂ ਡੋਲਣਾ ਹੈ। ਅਸੀਂ ਪਰਮਾਤਮਾ ਉੱਤੇ ਅਟੁੱਟ ਵਿਸ਼ਵਾਸ ਰੱਖਣਾ ਹੈ। ਉਹ ਤੁਹਾਨੂੰ ਹਰ ਸਮੇਂ ਦੇਖਦਾ ਹੈ। ਤੁਹਾਡੇ ਹਰ ਇੱਕ ਕਰਮ ਉੱਤੇ ਉਸ ਦੀ ਨਜ਼ਰ ਹੈ। ਇਸ ਸੰਬੰਧੀ ਮੇਰੇ ਪਿਤਾ ਜੀ ਨੇ ਇੱਕ ਵਾਰ ਮੈਨੂੰ ਬੜੀ ਢੁਕਵੀਂ ਉਦਾਹਰਣ ਸੁਣਾਈ ਸੀ ਕਿ ਜਿਵੇਂ ਸੂਰਜ ਇੱਕ ਹੈ, ਪਰ ਉਸ ਦੀ ਧੁੱਪ ਇੱਕ ਹੀ ਸਮੇਂ ਕਰੋੜਾਂ ਮਨੁੱਖਾਂ ਤੱਕ ਪਹੁੰਚਦੀ ਹੈ। ਉਸੇ ਤਰ੍ਹਾਂ ਹੀ ਪਰਮਾਤਮਾ ਹੈ। ਉਹ ਇੱਕ ਹੈ, ਪਰ ਉਹ ਹਰ ਇੱਕ ਉੱਤੇ ਨਜ਼ਰ ਰੱਖਦਾ ਹੈ। ਪਰਮਾਤਮਾ ਵਿੱਚ ਅਟੁੱਟ ਸ਼ਰਧਾ ਹੀ ਭਗਤੀ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਸ਼ੰਕਾ ਨਾ ਕਰੋ। ਜੋ ਤੁਹਾਨੂੰ ਮਿਲਣਾ ਹੈ ਉਹ ਤੁਹਾਡੇ ਕਰਮਾਂ ਦੇ ਮੁਤਾਬਕ ਹੀ ਮਿਲਣਾ ਹੈ। ਬ੍ਰਹਮ ਗਿਆਨੀ ਇੱਕ ਭਿਖਾਰੀ ਵੀ ਹੋ ਸਕਦਾ ਹੈ ਤੇ ਇੱਕ ਰਾਜਾ ਵੀ ਹੋ ਸਕਦਾ ਹੈ। ਉਹ ਇੱਕ ਬੱਚਾ ਵੀ ਹੋ ਸਕਦਾ ਹੈ ਤੇ ਇੱਕ ਬਜ਼ੁਰਗ ਵੀ ਹੋ ਸਕਦਾ ਹੈ। ਸੁੱਖ ਦੁੱਖ ਨਾਲ ਆਪਣੀ ਭਗਤੀ ਦਾ ਤੋਲ ਮੋਲ ਨਾ ਕਰੋ। ਭਗਤੀ ਦੁਆਰਾ ਅਸੀਂ ਇਹਨਾਂ ਕਰਮਾਂ ਦੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰਨੀ ਹੈ, ਨਾ ਕਿ ਅਸੀਂ ਇਹਨਾਂ ਵਿੱਚ ਉਲਝਣਾ ਹੈ। ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਰੱਖੋ, ਤਾਂ ਹੀ ਅੱਗੇ ਵੱਧ ਪਾਓਗੇ। ਭਗਤੀ ਮਾਰਗ ਬਹੁਤ ਕਠਿਨ ਹੈ। ਇਸ ਵਿੱਚ ਸ਼ਰਧਾ ਦੇ ਹਥਿਆਰ ਦੁਆਰਾ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਡੀ ਸ਼ਰਧਾ ਹੀ ਪਰਮਾਤਮਾ ਤੱਕ ਪਹੁੰਚਣ ਲਈ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ। ਇਹ ਸੰਸਾਰ ਚਿੱਕੜ ਹੈ। ਅਸੀਂ ਇਸ ਚਿੱਕੜ ਵਿੱਚ ਡੁੱਬਣਾ ਨਹੀਂ, ਸਗੋਂ ਕਮਲ ਦੇ ਫੁੱਲ ਵਾਂਗ ਚਿੱਕੜ ਵਿੱਚ ਰਹਿੰਦੇ ਹੋਏ ਵੀ ਆਪਣੀ ਸ਼ੁੱਧਤਾ, ਸੁੰਦਰਤਾ ਅਤੇ ਪਵਿੱਤਰਤਾ ਨੂੰ ਕਾਇਮ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।